ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣਾ ਹੁਣ ਸ਼ਲੋਕ ਮਹੱਲਾ ਪਹਿਲਾ ਤੇ ਇਸੇ ਤਰ੍ਹਾਂ ਲੜੀਵਾਰ ਆਪਾਂ ਜਿਹੜੀ ਆਸਾ ਦੀ ਵਾਰ ਹਰਮੰਦਰ ਸਾਹਿਬ ਹਰ ਰੋਜ਼ ਪੜ੍ਹੀ ਜਾਂਦੀ ਹੈ, ਅਸੀਂ ਉਹਨੂੰ ਵਿਚਾਰ ਕੇ ਸਮਝੀਏ ਤੇ ਉਹਦੇ ਵਿੱਚੋਂ ਰਸ ਲਈਏ। ਸਾਨੂੰ ਗੁਰੂ ਸਾਹਿਬ ਹਰ ਰੋਜ਼ ਕੀ ਸੁਣਾ ਰਹੇ ਨੇ, ਕੀ ਸਮਝਾ ਰਹੇ ਨੇ। ਬਿਸਮਾਦ ਨਾਦ ਬਿਸਮਾਦ ਵੇਦ। ਗੁਰੂ ਸਾਹਿਬ ਕਹਿੰਦੇ ਵੀ ਬਿਸਮਾਦ ਹੁੰਦਾ ਅਸਚਰਜ, ਜਿਹੜੇ ਨਾਦ ਨੇ, ਆਵਾਜ਼ ਹੈ, ਰਾਗ ਹੈ, ਇਹ ਵੀ ਬਿਸਮਾਦ ਹੈ। ਤੇ ਵੇਦ ਜਿਵੇਂ ਹਿੰਦੂ ਮੱਤ ਦੇ ਇਹ ਧਾਰਮਿਕ ਵੇਦ ਨੇ, ਇਹਨਾਂ ਦਾ ਗਿਆਤ ਹੈ, ਗਿਆਨ ਹੈ, ਇਹ ਵੀ ਬਿਸਮਾਦ ਹੈ। ਬਿਸਮਾਦ ਜੀ ਬਿਸਮਾਦ ਭੇਦ। ਸੰਗਤ ਜੀ, ਕਿੰਨੀ ਅਸਚਰਜ ਗੱਲ ਹੈ। ਉਹਨੇ ਇਹ ਜੀਵ ਸਾਰੇ ਕਿਵੇਂ ਪੈਦਾ ਕੀਤੇ ਹੋਏ ਨੇ, ਕਿਵੇਂ ਆਪਣੀ ਵਿੱਚ ਜੋਤ ਟਿਕਾਈ ਹੋਈ ਹੈ, ਕਿਵੇਂ ਉਹਨਾਂ ਦੇ ਵਿੱਚ ਬੋਲਣ ਦੀ, ਸੁਣਨ ਦੀ ਉਹ ਸ਼ਕਤੀ ਪਾਵਰ ਪਾਈ ਹੋਈ ਹੈ, ਸਮਝਣ ਦੀ, ਇਹ ਸਾਰਾ ਕੁਝ ਬਿਸਮਾਦ ਹੈ ਜੀ। ਬਿਸਮਾਦ ਜੀ ਬਿਸਮਾਦ ਭੇਦ, ਜਿਹੜੀਆਂ ਉਹਨਾਂ ਦੀਆਂ ਕਿਸਮਾਂ ਨੇ ਉਹ ਵੀ ਬਿਸਮਾਦ ਕਰਨ ਵਾਲੀਆਂ ਨੇ। ਬਿਸਮਾਦ ਰੂਪ ਬਿਸਮਾਦ ਰੰਗ, ਮਤਲਬ ਕਿ ਹਰ ਇੱਕ ਜੀ ਨੂੰ ਉਹਨੇ ਇੱਕ ਵੱਖਰਾ ਰੂਪ ਦਿੱਤਾ ਹੈ ਤੇ ਹਰ ਇੱਕ ਨੂੰ ਇੱਕ ਅਲੱਗ ਰੰਗ ਦਿੱਤਾ ਹੈ। 84 ਲੱਖ ਜੂਨ ਹੈ ਜੀ, ਕਿਸੇ ਦਾ ਆਪਸ ਦੇ ਵਿੱਚ ਰੰਗ ਰੂਪ ਨਹੀਂ ਮਿਲਦਾ। ਇਹ ਵੀ ਬਿਸਮਾਦਤਾ ਵਾਲੀ ਗੱਲ ਹੈ। ਬਿਸਮਾਦ ਨਾਂਗੇ ਫਿਰੈ ਜੰਤ। 84 ਲੱਖ ਜੂਨ ਇਨਸਾਨੀ ਜਾਮੇ ਤੋਂ ਬਿਨਾਂ ਸੰਗਤ ਜੀ ਨੰਗੀ ਫਿਰਦੀ ਹੈ। ਇਹ ਜਿਹੜੇ ਸਾਰੇ ਜੰਤ ਨੇ 84 ਲੱਖ ਇਨਸਾਨੀ ਜਾਮਾ ਛੱਡ ਕੇ, ਇਹਨਾਂ ਦਾ ਨੰਗੇ ਫਿਰਨਾ ਵੀ ਇੱਕ ਬਿਸਮਾਦ ਵਾਲੀ ਅਸਚਰਜ ਜੀ ਗੱਲ ਹੈ। ਬਿਸਮਾਦ ਪੌਣ ਬਿਸਮਾਦ ਪਾਣੀ। ਇਹ ਜਿਹੜਾ ਹਵਾ ਪਾਣੀ ਹੈ ਜੀ, ਇਹ ਵੀ ਇੱਕ ਉਹਦੀ ਬਿਸਮਾਦਤਾ ਹੈ। ਕਿਵੇਂ ਉਹਦੇ ਹੁਕਮ ਦੇ ਵਿੱਚ ਹਵਾ ਚੱਲਦੀ ਹੈ, ਕਿਵੇਂ ਉਹਦੇ ਹੁਕਮ ਦੇ ਵਿੱਚ ਸਮੁੰਦਰ ਦੇ ਉੱਪਰੋਂ ਬੱਦਲ ਉੱਠ ਕੇ ਫਿਰ ਪਾਣੀ ਜਿੱਥੇ ਚਾਹੀਦਾ ਉੱਥੇ ਪਹੁੰਚਾ ਦਿੰਦੇ ਨੇ, ਪਹਾੜਾਂ ਦੇ ਵਿੱਚ। ਮਤਲਬ ਕਿ ਹਵਾ ਪਾਣੀ ਵੀ ਉਹਦੀ ਇੱਕ ਅਸਚਰਜ ਖੇਡ ਹੈ। ਬਿਸਮਾਦ ਅਗਣੀ ਖੇਡੈ ਵਿਡਾਣੀ। ਜਿਹੜੀ ਅੱਗ ਹੈ ਇਹ ਵੀ ਬਿਸਮਾਦ ਹੈ ਜੀ। ਤੇ ਜਿਹੜੀ ਇਹ ਮਤਲਬ ਕਿ ਖੇਡਾਂ ਖੇਡਦੀ ਹੈ ਹੈਰਾਨੀਜਨਕ, ਜਿਵੇਂ ਹਰ ਇੱਕ ਲੱਕੜ ਦੇ ਵਿੱਚ ਉਹਨੇ ਅੱਗ ਨੂੰ ਛੁਪਾ ਕੇ ਰੱਖਿਆ। ਬਿਸਮਾਦ ਧਰਤੀ ਬਿਸਮਾਦ ਖਾਣੀ। ਇਹ ਸੰਗਤ ਜੀ ਜਿਹੜੀ ਧਰਤੀ ਹੈ ਇਹ ਵੀ ਇੱਕ ਹੈਰਾਨੀ ਕਰਨ ਵਾਲੀ ਹੈ। ਧਰਤੀ ਦੇ ਵਿੱਚ ਨਾਲੇ ਪਾਣੀ ਲੱਗਿਆ ਹੋਇਆ, ਸਮੁੰਦਰ ਲੱਗੇ ਹੋਏ ਨੇ, ਸਮੁੰਦਰ ਦੇ ਵਿੱਚ ਧਰਤੀ ਦੇ ਟਾਪੂ ਨੇ। ਬਿਸਮਾਦ ਖਾਣੀ, ਇਸ ਧਰਤੀ ਦੇ ਵਿੱਚੋਂ ਹੀ 4 ਖਾਣੀਆਂ ਅੰਡਰ ਜੇਰ ਸੇਤਜ ਉਤਪੁਜ ਇਹ ਪੈਦਾ ਹੁੰਦੀਆਂ ਨੇ। ਇਹ ਵੀ ਬਿਸਮਾਦ ਕਰਨ ਵਾਲੀਆਂ ਨੇ, ਜਿਸ ਤੋਂ ਸਾਡਾ ਜਨਮ ਹੁੰਦਾ ਹੈ। ਬਿਸਮਾਦ ਸਾਧ ਲੱਗੈ ਪ੍ਰਾਣੀ। ਬਿਸਮਾਦ ਸਾਧ ਸੰਗਤ ਜੀ, ਜਦੋਂ ਅਸੀਂ ਕੋਈ ਪਦਾਰਥ ਛਕਦੇ ਹਾਂ ਤੇ ਸਾਨੂੰ ਉਹਦਾ ਇੱਕ ਸਵਾਦ ਜਿਹਾ ਆਉਂਦਾ ਹੈ। ਉਹ ਸਵਾਦ ਵੀ ਇੱਕ ਮਤਲਬ ਕਿ ਅਸਚਰਜ ਜੀ ਗੱਲ ਹੈ, ਬਿਸਮਾਦ ਕਰਨ ਵਾਲਾ ਹੈ। ਲੱਗੈ ਪ੍ਰਾਣੀ, ਜਿਹੜਾ ਪ੍ਰਾਣੀ ਨੂੰ ਲੱਗਦਾ ਹੈ। ਬਿਸਮਾਦ ਸੰਜੋਗ ਬਿਸਮਾਦ ਵਿਜੋਗ। ਜਿਹੜੇ ਸਾਡੇ ਸੰਜੋਗ ਨੇ, ਸਾਡਾ ਮਿਲਣਾ, ਵਿਜੋਗ ਸਾਡਾ ਵਿਛੜਨਾ, ਇਹ ਵੀ ਕੋਨੇ ਬਿਸਮਾਦ ਅਸਚਰਜ ਜੀ ਖੇਡ ਬਣਾਈ ਹੋਈ ਹੈ। ਬਿਸਮਾਦ ਭੁੱਖ ਬਿਸਮਾਦ ਭੋਗ। ਸੰਗਤ ਜੀ, ਜਿਹੜੀ ਸਾਨੂੰ ਭੁੱਖ ਲੱਗਦੀ ਹੈ, ਫਿਰ ਉਹ ਭੁੱਖ ਲੱਗਣ ਦਾ ਸਾਨੂੰ ਮੈਸੇਜ ਆਉਂਦਾ ਹੈ ਵੀ ਸਾਨੂੰ ਭੁੱਖ ਲੱਗੀ, ਅਸੀਂ ਕੁਝ ਖਾਈਏ, ਇਹ ਵੀ ਇੱਕ ਅਸਚਰਜ ਬਿਸਮਾਦ ਗੱਲ ਹੈ। ਬਿਸਮਾਦ ਭੋਗ, ਫਿਰ ਅਸੀਂ ਮਤਲਬ ਕਿ ਕਿਸੇ ਨਾ ਕਿਸੇ ਪਦਾਰਥ ਨੂੰ ਭੋਗਦੇ ਹਾਂ, ਛਕਦੇ ਹਾਂ, ਖਾਂਦੇ ਹਾਂ। ਬਿਸਮਾਦ ਸਿਫਤ ਬਿਸਮਾਦ ਸਲਾਹ। ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਇਹ ਵੀ ਬਿਸਮਾਦ ਹੈ, ਹੈਰਾਨੀ ਕਰਨ ਵਾਲੀ ਹੈ। ਬਿਸਮਾਦ ਉਜੜ ਬਿਸਮਾਦ ਰਾਹ। ਕਿਸੇ ਨੂੰ ਉਹ ਕੁਰਾਹੇ ਪਾ ਦਿੰਦਾ ਹੈ, ਉਜਾੜੇ 'ਚ ਪਾ ਦਿੰਦਾ ਹੈ। ਬਿਸਮਾਦ ਰਾਹ, ਕਿਸੇ ਨੂੰ ਉਹ ਸਿੱਧੇ ਰਸਤੇ ਪਾ ਦਿੰਦਾ ਹੈ। ਇਹ ਵੀ ਹੈਰਾਨੀ ਵਾਲੀਆਂ ਗੱਲਾਂ ਨੇ ਵੀ ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ। ਬਿਸਮਾਦ ਨੇੜੇ ਬਿਸਮਾਦ ਦੂਰ। ਕੋਈ ਉਹਨੂੰ ਨੇੜੇ ਜਾਣਦੇ ਨੇ, ਕੋਈ ਉਹਨੂੰ ਦੂਰ ਆਖਦਾ। ਇਹ ਵੀ ਕਿੰਨੀ ਅਸਚਰਜਤਾ ਵਾਲੀ ਗੱਲ ਹੈ। ਬਿਸਮਾਦ ਦੇਖੈ ਹਾਜ਼ਰਾ ਹਜੂਰ। ਜਿਹੜੇ ਉਹਨੂੰ ਹਾਜ਼ਰ ਨਾਜ਼ਰ ਦੇਖਦੇ ਨੇ, ਇਹ ਵੀ ਕਿੰਨੀ ਵੱਡੀ ਬਿਸਮਾਦ ਹੈਰਾਨੀ ਕਰਨ ਵਾਲੀ ਗੱਲ ਹੈ। ਵੇਖ ਵਿਡਾਣ ਰਹਿਆ ਬਿਸਮਾਦ। ਕਹਿੰਦੇ ਵੀ ਤੇਰੇ ਇਹ ਅਸਚਰਜ ਕੌਤਕ ਦੇਖ ਕੇ ਬਹੁਤ ਜ਼ਿਆਦਾ ਬਿਸਮਾਦਤਾ ਆਉਂਦੀ ਹੈ।
ਨਾਨਕ ਬੂਝਣ ਪੂਰੇ ਭਾਗ। ਸੰਗਤ ਜੀ, ਮਤਲਬ ਕਿ ਕੁਦਰਤ ਦੇ ਵਿੱਚ ਸਭ ਕੁਝ ਅਚਰਜ ਜਿਹਾ ਹੁੰਦਾ ਹੈ, ਬਿਸਮਾਤ ਜਿਹਾ ਹੁੰਦਾ ਹੈ, ਪਰ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਦੇ ਪੂਰੇ ਭਾਗ ਹੁੰਦੇ ਨੇ ਉਹ ਇਸ ਬਿਸਮਾਤਤਾ ਨੂੰ ਸਮਝਦੇ ਨੇ, ਬੁੱਝਦੇ ਨੇ। ਸੰਗਤ ਜੀ, ਸਾਡਾ ਜਨਮ ਹੋਣਾ, ਮਾਂ ਦੇ ਪੇਟ ਦੇ ਵਿੱਚ, ਗਰਭ ਦੇ ਵਿੱਚ ਉਹਨੇ ਰੱਖਣਾ, ਉੱਥੇ ਰੱਖ ਕੇ ਸਾਨੂੰ ਬਣਾਉਣਾ, ਇਹ ਕਿੰਨੀਆਂ ਬਿਸਮਾਤ ਵਾਲੀਆਂ ਗੱਲਾਂ ਨੇ। ਸਾਡਾ ਜਨਮ ਹੋਣਾ ਤੇ ਪਹਿਲਾਂ ਸਾਡੇ ਉੱਪਰ ਅੰਦਰ ਮਤਲਬ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਉੱਥੇ ਵੀ ਅਸੀਂ ਅਗਨੀ ਦੇ ਵਿੱਚ ਉਹਦੇ ਨਾਮ ਨੇ ਰੱਖਿਆ। ਗੁਰੂ ਸਾਹਿਬ ਕਹਿੰਦੇ ਬਾਹਰ ਵੀ ਮਾਇਆ ਹੈ ਜਿਹੜੀ, ਉਹ ਵੀ ਅੱਗ ਹੈ, ਉੱਥੇ ਵੀ ਉਸ ਪਰਮਾਤਮਾ ਦੇ ਨਾਮ ਨੇ ਰੱਖਣਾ ਹੈ। ਇਹ ਸਾਰਾ ਕੁਝ ਕਿੰਨੀਆਂ ਅਚਰਜ ਖੇਡਾਂ ਨੇ ਵੀ ਉਹ ਕਿਵੇਂ ਮਤਲਬ ਕਿ ਇੱਕ ਜੀਵ ਨੂੰ ਇੱਕ ਗੁਫਾ ਦੇ ਵਿੱਚ ਬੈਠ ਕੇ ਤਿਆਰ ਕਰ ਦਿੰਦਾ ਹੈ, ਬਣਾ ਦਿੰਦਾ ਹੈ। ਉਸ ਮਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਮੇਰਾ ਬੱਚਾ ਕਿਹਦੇ ਵਰਗਾ ਹੈ, ਕਿਹਾ ਜਿਹਾ ਹੈ, ਕਿੰਨਾ ਕੁ ਹੈ ਜਾਂ ਕਿਵੇਂ ਹੈ, ਸਭ ਕੁਝ ਉਹ ਪਰਮਾਤਮਾ ਜਾਣਦਾ ਹੈ। ਇਹ ਸਭ ਉਹਦੀਆਂ ਬਿਸਮਾਦ ਅਚਰਜ ਖੇਡਾਂ ਨੇ। ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਦਿਸੈ, ਇਹ ਕੁਦਰਤ ਜਿਹੜੀ ਸਾਨੂੰ ਦਿਸ ਰਹੀ ਹੈ ਜੀ। ਕੁਦਰਤ ਸੁਣੀਐ, ਕੁਦਰਤ ਦੇ ਵਿੱਚ ਪਰਮਾਤਮਾ ਸੁਣਿਆ ਜਾਂਦਾ ਹੈ। ਕੁਦਰਤ ਭਉ ਸੁਖ ਸਾਰ, ਤੇ ਕੁਦਰਤ ਦੇ ਵਿੱਚ ਡਰ ਤੇ ਸੁੱਖਾਂ ਦਾ ਸਾਰ ਹੈ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਜਿਹੜੇ ਪਤਾਲ ਤੇ ਆਕਾਸ਼ ਨੇ ਇਹਦੇ ਵਿੱਚ ਵੀ ਤੇਰੀ ਕੁਦਰਤ ਵਰਤ ਰਹੀ ਹੈ। ਕੁਦਰਤ ਸਰਬ ਆਕਾਰ, ਜਿਹੜਾ ਸਾਰਾ ਸ੍ਰਿਸ਼ਟੀ ਦਾ ਆਕਾਰ ਹੈ, ਜਗਤ ਖੇਡ ਰਚਨ ਹੈ, ਇਹ ਵੀ ਤੇਰੀ ਕੁਦਰਤ ਹੈ। ਕੁਦਰਤ ਕੀ ਹੋ ਗਿਆ ਜੀ? ਉਹਦੀ ਇੱਕ ਸ਼ਕਤੀ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਤੇ ਜਿਹੜਾ ਵੇਦ ਹੈ ਜੀ, ਪੁਰਾਣ ਨੇ, ਕਤੇਬਾਂ ਨੇ, ਕੁਦਰਤ ਸਰਬ ਵਿਚਾਰ, ਤੇ ਜਿਹੜੀ ਸਾਰੀ ਸਮੂਹ ਸੋਚ ਵਿਚਾਰ ਹੈ, ਇਹ ਸਭ ਤੇਰੀ ਕੁਦਰਤ ਵਰਤਦੀ ਹੈ। ਸੰਗਤ ਜੀ, ਆਪਾਂ ਨਾਰਮਲੀ ਗੱਲ ਕਰਦੇ ਹੁੰਦੇ ਹਾਂ ਜਿਵੇਂ ਵੀ ਆਹ ਕੰਮ ਤਾਂ ਸਾਡਾ ਕੁਦਰਤੀਓ ਹੀ ਹੋ ਗਿਆ, ਉਹ ਫਲਾਣੇ ਬੰਦੇ ਨੂੰ ਅਸੀਂ ਮਿਲਣਾ ਸੀ, ਉਹ ਤਾਂ ਕੁਦਰਤੀਓ ਹੀ ਮਿਲ ਗਿਆ। ਇਹ ਕੁਦਰਤ ਕੀ ਹੈ? ਉਹ ਪਰਮਾਤਮਾ ਖੁਦ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਉਹਦੀ ਇਹ ਇੱਕ ਅਦਭੁਤ ਸ਼ਕਤੀ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਇਹ ਸੰਗਤ ਜੀ, ਜਿਹੜਾ ਸਾਡਾ ਖਾਣਾ ਪੀਣਾ ਤੇ ਪਹਿਨਣਾ ਹੈ, ਇਹ ਵੀ ਉਹਦੀ ਕੁਦਰਤੀ ਹੈ। ਕੁਦਰਤ ਸਰਬ ਪਿਆਰ, ਤੇ ਜਿਹੜਾ ਸਾਰੇ ਪਾਸੇ ਪਿਆਰ ਹੈ, ਇਹ ਵੀ ਉਹਦੀ ਕੁਦਰਤ ਵਰਤ ਰਹੀ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਸੰਗਤ ਜੀ, ਜਿਵੇਂ ਤੇਰੀ ਕੁਦਰਤੀ ਹੈ, ਜਾਤਾਂ ਦੇ ਵਿੱਚ, ਜਿਨਸਾਂ ਦੇ ਵਿੱਚ, ਰੰਗਾਂ ਦੇ ਵਿੱਚ, ਕੁਦਰਤ ਜੀ ਜਹਾਨ, ਸਾਰੇ ਜੱਗ ਦੇ ਜੀਵਾਂ ਦੇ ਵਿੱਚ ਹਰ ਜਗ੍ਹਾ ਤੇਰੀ ਕੁਦਰਤ ਵਰਤ ਰਹੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਇਹ ਸਭ ਕੁਝ ਵੀ ਨੇਕੀਆਂ ਬਦੀਆਂ ਨੇ, ਮਾਨ ਅਭਿਮਾਨ ਹੈ, ਇਹ ਵੀ ਸਭ ਕੁਝ ਕੁਦਰਤ ਵਰਤ ਰਹੀ ਹੈ, ਕੁਦਰਤੀ ਹੋ ਰਿਹਾ ਹੈ। ਜਿਵੇਂ ਆਪਾਂ ਸੰਗਤ ਜੀ ਕਹਿੰਦੇ ਆ, ਆਪਾਂ ਤਾਂ ਐਵੇਂ ਸੋਚਿਆ ਨਹੀਂ ਸੀ, ਪਰ ਇਹ ਤਾਂ ਕੁਦਰਤੀ ਹੋ ਗਿਆ। ਇਹ ਕੀ ਹੈ? ਕੁਦਰਤ ਵਰਤ ਰਹੀ ਹੈ, ਉਹਦੀ ਆਪ ਵਰਤ ਰਿਹਾ ਉਹ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਸੰਗਤ ਜੀ, ਇਹ ਵੀ ਤੇਰੀ ਕੁਦਰਤ ਹੈ। ਪੌਣ ਹੈ ਹਵਾ, ਪਾਣੀ, ਅੱਗ, ਕੁਦਰਤ ਧਰਤੀ ਖਾਕ, ਧਰਤੀ ਮਿੱਟੀ, ਇਹ ਸਭ ਕੁਝ ਤੇਰੀ ਕੁਦਰਤ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਸੰਗਤ ਜੀ, ਇਹ ਜਿਹੜੀ ਉੱਪਰ ਆਪਾਂ ਸਭ ਪੜ੍ਹੀ ਹੈ, ਜਿਵੇਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਸਭ ਤੇਰੀ ਕੁਦਰਤ, ਇਹ ਸਾਰੀ ਤੇਰੀ ਕੁਦਰਤ ਹੈ। ਤੂੰ ਕਾਦਰ ਕਰਤਾ, ਤੂੰ ਇਸ ਕੁਦਰਤ ਦਾ ਮਾਲਕ ਹੈ, ਸਰਬ ਸ਼ਕਤੀਮਾਨ ਸਿਰਜਣਹਾਰ ਹੈ। ਪਾਕੀ ਨਾਈ ਪਾਕ, ਤੂੰ ਪਵਿੱਤਰ ਤੋਂ ਪਰਮ ਪਵਿੱਤਰ ਹੈ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਨਾਨਕ ਜੀ ਕਹਿੰਦੇ ਸਭ ਕੁਝ ਤੇਰੇ ਹੁਕਮ ਦੇ ਵਿੱਚ, ਹੁਕਮੈ ਅੰਦਰ ਵੇਖੈ, ਤੇ ਹੁਕਮ ਦੇ ਅੰਦਰ ਸਭ ਕੁਝ ਤੂੰ ਸੰਭਾਲ ਰਿਹਾ ਹੈ, ਦੇਖ ਰਿਹਾ ਹੈ, ਕਦਰ ਕਰ ਰਿਹਾ ਹੈ। ਵਰਤੈ ਤਾਕੋ ਤਾਕ, ਤੇ ਮਤਲਬ ਕਿ ਹਰ ਜਗ੍ਹਾ ਆਪ ਹੀ ਵਰਤ ਰਿਹਾ ਹੈ। ਮਤਲਬ ਕਿ ਤਾਕੋ ਤਾਕ,
कोई भी जगह ही जी नहीं हैगी जिथे परमात्मा नहीं हैगा, उहदी कुदरत नहीं हैगी। पौड़ी। आपी ने भोग भोग कै होए भस्मड़ भौर सिधाया। संगत जी, आपी ने आप परमात्मा ही सारे जीआं दे विच वरतदा है, सारे पासे वो आप ही है। आपी ने भोग भोग कै, जदों जीव अपने मतलब कि जिहड़े पदार्थ ने इन्हां नूं भोग के होए भस्मड़ भौर सिधाया, मर के इत्थों उहदा शरीर मर जांदा है, आत्मा है जिहड़ी इत्थों विचों निकल के चली जांदी है। वड्डा होआ दुनीदार गाल संगल घत चलाया। ते वड्डा होआ दुनीदार, दुनियादारी दे विच ओह मर जांदा है। गल संगल, ਉਹਦੇ गल ਦੇ ਵਿੱਚ ਜਮਾਂ ਦਾ ਸੰਗਲ ਪੈਂਦਾ ਹੈ। ਘੱਤ ਚਲਾਇਆ, ਤੇ ਉਹਨੂੰ ਅੱਗੇ ਲਾ ਕੇ ਉਹ ਚਲਾ ਲੈਂਦੇ ਨੇ, ਜਿਵੇਂ ਮਤਲਬ ਕਿ ਮੁਰਜਮ ਨੂੰ ਲਿਜਾਇਆ ਜਾਂਦਾ ਹੈ। ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਫਿਰ ਜਿੱਥੇ ਅੱਗੇ ਜਾਂਦਾ ਹੈ ਉਹ ਜੋ ਕਰਕੇ ਗਿਆ ਕਰਨੀ ਕੀਰਤ ਵਾਚੀ ਹੈ, ਉਹ ਵਾਚਿਆ ਜਾਂਦਾ ਹੈ, ਪਰਖਿਆ ਜਾਂਦਾ ਹੈ। ਬਹਿ ਲੇਖਾ ਕਰ ਸਮਝਾਇਆ, ਤੇ ਉਹਨੂੰ ਉਹਦੇ ਲੇਖੇ ਦਾ ਹਿਸਾਬ ਕਿਤਾਬ ਸਮਝਾਇਆ ਜਾਂਦਾ ਹੈ। ਥੌ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ। ਥੌ ਨਾ ਹੋਵੀ ਪਾਉਂਦੀ, ਹੁਣ ਉਹਨੂੰ ਕੋਈ ਥੌਂ ਟਿਕਾਣਾ ਨਹੀਂ ਮਿਲਦਾ। ਪਾਉਂਦੀ, ਉਹਦੇ ਅੱਗੇ ਜੁੱਤੀਆਂ ਪੈਂਦੀਆਂ ਨੇ। ਹੁਣ ਸੁਣਿਆ, ਉਹਦਾ ਕੋਈ ਸੁਣਦਾ ਨਹੀਂ ਹੈਗਾ ਕੂਕ ਪੁਕਾਰ। ਕਿਆ ਰਵਾਇਆ, ਰੋ ਰੋ ਕੇ ਉਹ ਕਿਸ ਨੂੰ ਸੁਣਾ ਰਿਹਾ, ਦੱਸ ਰਿਹਾ। ਮਨ ਅੰਧੈ ਜਨਮ ਗਵਾਇਆ। ਗੁਰੂ ਸਾਹਿਬ ਕਹਿੰਦੇ ਮਨ ਨੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਨੇ, ਮਾਇਆ ਦੇ ਵਿੱਚ ਅੰਨੇ ਹੋਏ ਨੇ, ਮਨੁੱਖਾ ਜਨਮ ਸੀ ਜਿਹੜਾ ਗਵਾ ਲਿਆ। ਸ਼ਲੋਕ ਮਹੱਲਾ ਤੀਜਾ। ਭੈ ਵਿੱਚ ਪਵਨ ਵਹੈ ਸਦਵਾਹੋ। ਪਰਮਾਤਮਾ ਦੇ ਡਰ ਦੇ ਵਿੱਚ ਜਿਹੜੀ ਹਵਾ ਇਹ ਚੱਲਦੀ ਹੈ ਜੀ। ਭੈ ਵਿੱਚ ਚੱਲੈ ਲੱਖ ਦਰਿਆਓ। ਪਰਮਾਤਮਾ ਦੇ ਡਰ ਦੇ ਵਿੱਚ ਲੱਖਾਂ ਦਰਿਆਓ ਚੱਲਦੇ ਨੇ। ਭੈ ਵਿੱਚ ਅਗਨ ਕੱਢੈ ਵੇਗਾਰ। ਪਰਮਾਤਮਾ ਦੇ ਡਰ ਦੇ ਵਿੱਚ ਜਿਹੜੀ ਅੱਗ ਹੈ ਇਹ ਵੀ ਆਪਣੇ ਅੰਗਿਆੜੇ ਕਰਦੀ ਹੈ। ਭੈ ਵਿੱਚ ਧਰਤੀ ਦੱਬੀ ਭਾਰ। ਉਸ ਪਰਮਾਤਮਾ ਦੇ ਡਰ ਭੈ ਦੇ ਵਿੱਚ ਇਹ ਧਰਤੀ ਦੱਬੀ ਹੋਈ ਹੈ ਭਾਰ ਹੇਠਾਂ। ਭੈ ਵਿੱਚ ਇੰਦ ਫਿਰੈ ਸਿਰ ਪਾਰ। ਪਰਮਾਤਮਾ ਦੇ ਡਰ ਦੇ ਵਿੱਚ ਜਿਹੜਾ ਇੰਦਰ ਹੈ ਇਹ ਸਿਰ ਭਾਰ ਤੁਰਿਆ ਫਿਰਦਾ ਹੈ। ਭੈ ਵਿੱਚ ਰਾਜਾ ਧਰਮ ਦੁਆਰ। ਜਿਹੜਾ ਧਰਮ ਰਾਜ ਹੈ ਇਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਚੰਦ ਸੂਰਜ ਵੀ ਪਰਮਾਤਮਾ ਦੇ ਡਰ 'ਚ ਨੇ। ਕੋਹ ਕਰੋੜੀ ਚਲਤ ਨਾ ਅੰਤ। ਕੋਹ ਕਰੋੜੀ, ਕਰੋੜਾਂ ਹੀ ਕੋਹ ਇਹ ਚੱਲਦੇ ਰਹਿੰਦੇ ਨੇ, ਇਹਨਾਂ ਦਾ ਕੋਈ ਪੈਂਡਾ ਖਤਮ ਨਹੀਂ ਹੁੰਦਾ। ਭੈ ਵਿੱਚ ਸਿੱਧ ਬੁੱਧ ਸੁਰ ਨਾਥ। ਪਰਮਾਤਮਾ ਦੇ ਡਰ ਦੇ ਵਿੱਚ ਸਿੱਧ ਬੁੱਧ ਤੇ ਸੁਰਨਾਥ ਨੇ ਸਾਰੇ। ਭੈ ਵਿੱਚ ਆਡਾਣੇ ਆਕਾਸ਼। ਜਿਹੜਾ ਆਕਾਸ਼ ਹੈ ਉੱਪਰ ਤਣਿਆ ਹੋਇਆ ਇਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਖੜਾ ਹੈ। ਭੈ ਵਿੱਚ ਜੋਧ ਮਹਾਬਲ ਸੂਰ। ਜਿਹੜੇ ਮਹਾਬਲੀ ਸੂਰਮੇ ਨੇ, ਯੋਧੇ ਨੇ, ਉਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਨੇ। ਭੈ ਵਿੱਚ ਆਵੈ ਜਾਵੈ ਪੂਰ। ਪੂਰਾਂ ਦੇ ਪੂਰ ਜਿਹੜੇ ਜੰਮਦੇ ਮਰਦੇ ਨੇ ਉਹ ਵੀ ਪਰਮਾਤਮਾ ਦੇ ਡਰ ਦੇ ਵਿੱਚ ਨੇ। ਸਗਲਿਆ ਭਉ ਲਿਖਿਆ ਸਿਰ ਲੇਖ। ਇਸ ਤਰ੍ਹਾਂ ਸਾਰਿਆਂ ਦੇ ਸਿਰ ਤੇ ਜੀ ਲੇਖ ਲਿਖਿਆ ਹੋਇਆ ਡਰ ਦਾ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਾਨਕ ਜੀ ਕਹਿੰਦੇ ਜਿਹੜਾ ਨਿਰਭਉ ਡਰ ਤੋਂ ਰਹਿਤ ਪਰਮਾਤਮਾ ਹੈ, ਨਿਰੰਕਾਰ ਆਕਾਰ ਤੋਂ ਰਹਿਤ ਹੈ, ਸੱਚ ਇੱਕ, ਉਹ ਨਹੀਂ ਕਿਸੇ ਤੋਂ ਡਰਦਾ, ਬਾਕੀ ਸਾਰੇ ਉਹਦੇ ਡਰ ਦੇ ਵਿੱਚ ਨੇ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ RAM ਰਵਾਲ। ਸੰਗਤ ਜੀ, ਨਾਨਕ ਜੀ ਗੁਰੂ ਜੀ ਦੱਸ ਰਹੇ ਨੇ, ਕਹਿੰਦੇ ਨਿਰਭਉ ਨਿਰੰਕਾਰ ਜਿਹੜਾ ਨਿਡਰ ਪਰਮਾਤਮਾ ਹੈ, ਆਕਾਰ ਰਹਿਤ ਹੈ। ਹੋਰ ਕੇਤੇ RAM ਰਵਾਲ, ਜਿਹੜੇ ਹੋਰ ਅਵਤਾਰੀ ਰਾਜੇ ਜਿਨ੍ਹਾਂ ਨੂੰ ਲੋਕ ਮਤਲਬ ਕਿ ਰਾਮ ਨੂੰ ਪਰਮਾਤਮਾ ਕਰਕੇ ਵੀ ਮੰਨਦੇ ਨੇ, ਉਹ ਪਰਮਾਤਮਾ ਦੇ ਅੱਗੇ ਨਿਰਭਉ ਨਿਰੰਕਾਰ ਪਰਮਾਤਮਾ ਦੇ ਅੱਗੇ ਤੁਸ਼ ਨੇ। ਰਵਾਲ ਹੁੰਦੇ ਜੀ ਮਤਲਬ ਕਿ ਤੁਸ਼ ਨੇ, ਉਹਨਾਂ ਦੀ ਕੋਈ ਹਸਤੀ ਨਹੀਂ।
ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਇਹ ਕੰਨ ਕਹਾਣੀਆਂ ਜੀ ਕ੍ਰਿਸ਼ਨ ਦੀਆਂ ਜਿਹੜੀਆਂ ਕਹਾਣੀਆਂ ਨੇ, ਕੇਤੀਆਂ ਬਹੁਤ ਸਾਰੀਆਂ, ਤੇ ਵੇਦਾਂ ਦੀ ਜਿਹੜੀ ਵਿਚਾਰ ਹੈ ਇਹ ਵੀ ਪਰਮਾਤਮਾ ਦੇ ਅੱਗੇ ਤੁਛ ਹੈ। ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ। ਕੇਤੇ ਨੱਚੇ ਮੰਗਤੇ, ਕਿੰਨੇ ਹੀ ਸੰਗਤ ਜੀ ਮੰਗਤੇ ਨੇ ਜਿਹੜੇ ਨੱਚ ਨੱਚ ਕੇ ਉਸ ਪਰਮਾਤਮਾ ਤੋਂ ਕੁਛ ਮੰਗਦੇ ਨੇ। ਗਿੜ ਮੁੜ ਪੂਰੇ ਤਾਲ, ਤੇ ਤਾਲ ਪੂਰਦੇ ਨੇ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਬਾਜ਼ਾਰਾਂ ਦੇ ਵਿੱਚ ਉਹ ਮਤਲਬ ਕਿ ਬਹੁ ਰੂਪੀਏ ਬਣ ਕੇ ਆਪਣੀ ਰਾਸ ਲੀਲਾ ਕਰਦੇ ਨੇ। ਗਾਵੇ ਰਾਜਾ ਰਾਣੀਆਂ ਰਾਜੇ ਰਾਣੀਆਂ ਬੋਲੇ ਆਲ ਪਤਾਲ। ਜਿਵੇਂ ਕ੍ਰਿਸ਼ਨ ਮਤਲਬ ਕਿ ਰਾਜਾ ਹੋਇਆ ਤੇ ਆਪਣਾ ਰਾਮ ਰਾਜਾ ਹੋਇਆ ਦਸ਼ਰਥ ਦਾ ਪੁੱਤਰ, ਉਹਨਾਂ ਨੂੰ ਗਾਉਂਦੇ ਨੇ ਉਹ, ਤੇ ਆਲ ਪਤਾਲ ਜਿਹਾ ਗੁਰੂ ਸਾਹਿਬ ਕਹਿੰਦੇ ਬੋਲੀ ਜਾਂਦੇ ਨੇ ਆਪਣੇ ਪੇਟ ਕਰਕੇ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ। ਉਹ ਗਾਉਂਦੇ ਨੇ ਵੀ ਜਿਹੜੇ ਮਤਲਬ ਕਿ ਵੀ ਰਾਜੇ ਦੀਆਂ ਰਾਣੀਆਂ ਸੀ ਉਹ ਲੱਖਾਂ ਟਕਿਆਂ ਦੇ ਮੁੰਦੜੇ ਤੇ ਲੱਖਾਂ ਟਕਿਆਂ ਦੇ ਹਾਰ ਪਾਉਂਦੀਆਂ ਸੀ ਆਪਣੇ ਕੰਨਾਂ ਤੇ ਗਲ ਦੇ ਵਿੱਚ। ਜਿੱਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ। ਇੱਥੇ ਨਾਨਕ ਜੀ ਗੁਰੂ ਸਾਹਿਬ ਸਮਝਾ ਰਹੇ ਨੇ, ਕਹਿੰਦੇ ਜਿਹੜੇ ਤਨ ਦੇ ਉੱਤੇ ਲੱਖਾਂ ਟਕਿਆਂ ਦੇ ਮੁੰਦੜੇ ਤੇ ਹਾਰ ਪਾਏ ਹੋਏ ਸੀ ਉਹ ਤਨ ਤਾਂ ਸੁਆਹ ਹੋ ਗਏ। ਗਿਆਨ ਨ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਜਿਹੜਾ ਪਰਮਾਤਮਾ ਦਾ ਗਿਆਨ ਹੈ ਉਹ ਗੁਰੂ ਤੋਂ ਹੀ ਮਿਲਦਾ ਹੈ ਸੰਗਤ ਜੀ। ਗੁਰੂ ਤੋਂ ਇਲਾਵਾ ਤਾਂ ਗਿਆਨ ਨ ਗੱਲੀ ਢੂੰਡੀਐ, ਗੱਲਾਂ ਨਾਲ ਗਿਆਨ ਨਹੀਂ ਮਿਲਦਾ। ਕਥਨਾ ਕਰੜਾ ਸਾਰ, ਉਸ ਪਰਮਾਤਮਾ ਨੂੰ ਮਤਲਬ ਕਿ ਕਥਨ ਕਰਨਾ ਕਰੜਾ ਸਾਰ ਲੋਹਾ ਚੱਬਣ ਦੇ ਬਰਾਬਰ ਹੈ। ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਕਰਮ ਮਿਲੇ, ਕਰਮ ਹੁੰਦਾ ਜੀ ਪਰਮਾਤਮਾ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਤਾਂ ਉਹਨੂੰ ਮਿਲਿਆ ਜਾਂਦਾ ਹੈ, ਪਾਇਆ ਜਾਂਦਾ ਹੈ। ਹੋਰ ਹਿਕਮਤ ਹੁਕਮ ਖਵਾਰ, ਹੋਰ ਸਾਰੀਆਂ ਜਿਹੜੀਆਂ ਚਲਾਕੀਆਂ ਨੇ ਤੇ ਉਹ ਸਾਰੀਆਂ ਵਿਅਰਥ ਨੇ, ਖੱਜਲ ਖੁਆਰ ਕਰਨ ਵਾਲੀਆਂ ਨੇ। ਪੌੜੀ। ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਕਹਿੰਦੇ ਪਰਮਾਤਮਾ ਜੇ ਆਪਣੀ ਨਦਰ ਕਰਦਾ ਤਾਂ ਉਹਦੀ ਨਦਰ ਦੇ ਨਾਲ ਸੱਚਾ ਗੁਰੂ ਮਿਲਦਾ ਹੈ। ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿੰਦੇ ਇਹ ਜਿਹੜਾ ਜੀਵ ਹੈ, ਇਹ ਜਿਹੜੀ ਜਿੰਦ ਹੈ, ਇਹ ਬਹੁਤ ਜਨਮਾਂ ਦੇ ਵਿੱਚ ਪਹਿਲਾਂ ਭਟਕ ਕੇ ਆਈ ਹੈ ਤਾਂ ਸਤਿਗੁਰ ਸ਼ਬਦ ਸੁਣਾਇਆ। ਹੁਣ ਜਾ ਕੇ ਸੱਚੇ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਸੁਣਿਆ ਹੈ, ਪਰਮਾਤਮਾ ਨੇ ਸੁਣਾਇਆ ਹੈ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਸੱਚੇ ਗੁਰੂ ਜਿੱਡਾ ਵੱਡਾ ਦਾਤਾ ਹੋਰ ਕੋਈ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਭ ਸੁਣਿਓ ਲੋਕ ਸਵਾਇਆ, ਇਹ ਸਾਰੀ ਗੱਲ ਮਤਲਬ ਕਿ ਦੱਸੀ ਜਾ ਰਹੀ ਹੈ ਗੁਰੂ ਸਾਹਿਬ ਵੱਲੋਂ। ਗੁਰੂ ਸਾਹਿਬ ਕਹਿੰਦੇ ਸਾਰੇ ਸੁਣੋ। ਸਤਿਗੁਰ ਮਿਲਿਆ ਸੱਚ ਪਾਇਆ। ਜਦੋਂ ਸੱਚਾ ਗੁਰੂ ਮਿਲਦਾ ਹੈ ਉਦੋਂ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਵਿੱਚੋਂ ਆਪ ਗਵਾਇਆ, ਜਿਹੜੇ ਗੁਰੂ ਦੇ ਦੁਆਰਾ ਆਪਣੇ ਵਿੱਚੋਂ ਆਪਾ ਭਾਵ ਗਵਾ ਦਿੰਦੇ ਨੇ। ਜਿਨ ਸੱਚੋ ਸੱਚ ਬੁਝਾਇਆ, ਤੇ ਜਿਨ੍ਹਾਂ ਨੂੰ ਸੱਚ ਦੀ ਸੋਝੀ ਪੈ ਜਾਂਦੀ ਹੈ ਗੁਰੂ ਸਾਹਿਬ ਸਮਝਾ ਦਿੰਦੇ ਨੇ। ਸੰਗਤ ਜੀ ਇਹ ਆਪਣੀਆਂ 4 ਪੌੜੀਆਂ ਹੋ ਗਈਆਂ ਤੇ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰੂ ਮਹਾਰਾਜ ਸਭ ਨੂੰ ਮਤਲਬ ਕਿ ਸੰਗਤ ਕਰਨ ਦਾ ਬਲ ਉਦਮ ਦੇਣ ਤੇ ਕਿਰਪਾ ਕਰਨ, ਆਪਣਾ ਸਾਰਾ ਸਮਝਾਉਣ। ਸੰਗਤ ਜੀ ਕਈ ਵਾਰ ਪਹਿਲਾਂ ਬਾਣੀ ਹੈ ਜਿਹੜੀ ਇਹ ਸਲੂਣੀ ਜੀ ਲੱਗਦੀ ਹੈ, ਇਹਦੇ ਵਿੱਚੋਂ ਮਿਠਾਸ ਰਸ ਨਹੀਂ ਆਉਂਦਾ ਹੈਗਾ, ਪਰ ਫਿਰ ਵੀ ਆਪਾਂ ਨੇ ਇਹ ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਵਿਚਾਰਨੀ ਵੀ ਹੈ, ਸੰਗਤ ਵੀ ਕਰਨੀ ਹੈ। ਤੇ ਗੁਰੂ ਮਹਾਰਾਜ ਭੁੱਲਾਂ ਬਖਸ਼ਣਹਾਰ ਨੇ, ਬਖਸ਼ ਲੈਂਦੇ ਨੇ। ਅਸੀਂ ਉਹਦੇ ਨਿਮਾਣੇ ਜੇ ਬੱਚੇ ਹਾਂ, ਜੀਵ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।